ਜਾਂ ਫਿਰ ਤੁਸੀਂ ਭਗਵੰਤ ਮਾਨ ਨੂੰ ਨੀਵਾਂ ਦਿਖਾਉਣ ਵਾਸਤੇ ਕਰ ਰਹੇ ਹੋ। ਪੰਜਾਬ 'ਚ ਸਕੋਰ ਸੈਟਲ ਕਰਨਾ ਚਾਹੁੰਦੇ, ਤੁਸੀਂ ਉਹਨਾਂ ਦੇ ਕਹਿਣ ਤੇ ਗਏ ਹੋ। ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਦੀ ਮੰਗਣੀ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਥੇਦਾਰ ਸਾਹਿਬ ਨੇ, ਇਸ ਨੂੰ ਲੈ ਕੇ ਇੰਨਾ ਇਸ਼ੂ ਕਿਉਂ ਹੈ? ਜਥੇਦਾਰ ਦਾ ਕੱਦ ਛੋਟਾ ਆ ਤੇ ਰਾਘਵ ਚੱਡਾ ਦਾ ਕੱਦ ਵੱਡਾ ਹੋਇਆ। ਜਥੇਦਾਰ ਸਾਹਿਬ ਇੱਕ ਸੈਲੀਬ੍ਰਿਟੀ ਨਹੀਂ ਹੈਗੇ। ਜਥੇਦਾਰ ਸਾਹਿਬ ਹਰ ਇੱਕ ਗਰੀਬ ਦੇ ਘਰ ਦੇ ਜੇ ਕਿਸੇ ਕੁੜੀ ਮੁੰਡੇ ਦੀ ਮੰਗਣੀ ਹੋਏਗੀ ਤੇ ਜਥੇਦਾਰ ਸਾਹਿਬ ਜਾਣਗੇ। ਜੇ ਤੁਸੀਂ ਆਸ਼ੀਰਵਾਦ ਦੇਣ ਜਾਂਦੇ ਹੋ ਤਾਂ ਕੀ ਜਥੇਦਾਰ ਸਾਹਿਬ ਦੱਸਣਗੇ ਕਿ ਕਿੰਨੇ ਕਿ ਤੁਸੀਂ ਕਾਂਗਰਸੀਆਂ ਦੇ, ਕਿੰਨੇ ਕਿ ਤੁਸੀਂ ਅਕਾਲੀ ਦਲ ਦੇ ਲੀਡਰਾਂ ਦੇ ਮੁੰਡੇ ਕੁੜੀਆਂ ਦੇ ਵਿਆਹਾਂ ਸ਼ਾਦੀਆਂ ਤੇ ਗਏ ਜਾਂ ਮੰਗਣੀਆਂ ਤੇ ਗਏ ਹੋ? ਇੱਕ ਤੇ ਜਥੇਦਾਰ ਸਾਹਿਬ ਗਏ ਨਹੀਂ ਆ, ਉਹ ਭੇਜੇ ਗਏ ਲੱਗਦਾ। ਕਈ ਰਾਘਵ ਚੱਡਾ ਸਾਹਿਬ ਦੇ ਥਰੂ ਕੋਈ ਸਕੋਰ ਸੈਟਲ ਕਰਨਾ ਚਾਹੁੰਦੇ ਨੇ ਪੰਜਾਬ ਗੌਰਮੈਂਟ ਦੇ ਨਾਲ, ਉਹਦੇ ਪਿੱਛੇ ਇਹ ਵੀ ਇੱਕ ਸਾਜ਼ਿਸ਼ ਹੋ ਸਕਦੀ ਹੈ। ਜਥੇਦਾਰ ਸਾਹਿਬ ਉਹ ਵੀ ਦੱਸਣਗੇ ਹੁਣ ਭਗਵੰਤ ਮਾਨ ਨੂੰ ਵੀ ਮਾਨ ਸਾਹਿਬ ਤੁਸੀਂ ਤੇ ਮੈਨੂੰ ਟਿੱਪਣੀਆਂ ਕਰ ਰਹੇ ਹੋ ਨਿੱਜੀ ਤੌਰ ਤੇ, ਮੈਂ ਤੁਹਾਡੇ ਐਮਪੀ ਦੇ ਰਸਮਾਂ ਤੇ, ਖੁਸ਼ੀਆਂ ਵਾਲੀਆਂ ਰਸਮਾਂ ਤੇ ਹਾਜ਼ਰ ਹੋ ਕੇ ਇੱਕ ਸੁਨੇਹਾ ਦੇ ਰਿਹਾ ਹੈਗਾ। ਜਥੇਦਾਰ ਦੀ ਕੋਈ ਨਿੱਜੀ ਨਹੀਂ ਹੁੰਦੀ, ਇਹ ਲੋਕੀ ਕਹਿੰਦੇ ਨੇ ਉਹਦਾ ਨਿੱਜੀ ਮਸਲਾ। ਮੈਂ ਕਹਿੰਦਾ ਹੈਗਾ ਨਾ ਕਿਸੇ ਐਮਐਲਏ ਦਾ, ਨਾ ਕਿਸੇ ਐਮਪੀ ਦਾ, ਨਾ ਕਿਸੇ ਜਥੇਦਾਰ ਦਾ, ਚੀਫ ਮਿਨਿਸਟਰ ਦਾ, ਨਾ ਪ੍ਰਾਈਮ ਮਿਨਿਸਟਰ, ਕੋਈ ਨਿੱਜੀ ਨਹੀਂ। ਰਾਘਵ ਚੱਡਾ ਸਾਹਿਬ ਤੁਹਾਨੂੰ ਮਿਲ ਕੇ ਸੱਦਾ ਦੇਣ ਗਏ ਸੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ ਭਾਰਤ ਸਰਕਾਰ ਵੱਲੋਂ। ਜਥੇਦਾਰ ਸਾਹਿਬ ਉਦੋਂ ਨਹੀਂ ਆਏ। ਜਥੇਦਾਰ ਸਾਹਿਬ ਦੇ ਨਾਲ ਉਹਨਾਂ ਦੀ ਬੇਟੀ ਗਈ ਸੀ, ਉਹਨਾਂ ਨੇ ਕਿਸੇ ਉਚੇਰੀ ਸਿੱਖਿਆ ਵਾਸਤੇ ਦਿੱਲੀ ਤੋਂ ਅੱਗੇ ਉਹਨਾਂ ਨੇ ਐਡਮਿਸ਼ਨ ਲਈ ਹੈਗੀ ਆ। ਉਹ ਬੇਟੀ ਨਾਲ ਬੈਠੀ ਸੀ ਤੇ ਜਿਹੜੇ ਆਨਲਾਈਨ ਗੁੰਡੇ ਬੈਠੇ ਹੈਗੇ ਨੇ ਉਹ ਜਥੇਦਾਰ ਸਾਹਿਬ ਦੀ ਧੀ ਤੇ ਵੀ ਟਿੱਪਣੀਆਂ ਕਰ ਰਹੇ। ਇੱਕ ਤੇ ਦੇਖੋ ਨਾ ਕਿੰਨਾ ਵਿਵਾਦ ਖੜਾ ਹੋ ਗਿਆ। ਹੁਣ ਜਥੇਦਾਰ ਸਾਹਿਬ ਤੇ ਟਿੱਪਣੀ ਕਰੋ, ਤੁਸੀਂ ਉਹਨਾਂ ਦੀ ਧੀ ਨੂੰ, ਕਿਸੇ ਨੇ ਦੇਖਦਾ ਥੋੜਾ ਕੋਈ ਆ ਕਿ ਉਹਨਾਂ ਦੇ ਨਾਲ ਕੋਈ ਧੀ ਆ। ਜੋ ਫੇਸਬੁੱਕ ਤੇ ਲਾਣਾ ਬੈਠਾ ਹੈਗਾ ਕਿ ਜਥੇਦਾਰ ਸਾਹਿਬ ਕਿਸੇ ਲੜਕੀ ਅੱਗੇ ਪਿੱਛੇ, ਇਹ ਪੁੱਛਦੇ ਲਓ ਉਹਨਾਂ ਦੀ ਬੇਟੀ ਆ, ਧੀ ਆ, ਉਹਨਾਂ ਦੀ ਐਡਮਿਸ਼ਨ ਸੀ ਉਹਨਾਂ ਦੀ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਜਿਹੜਾ ਚਰਚਾ ਦਾ ਵਿਸ਼ਾ ਬਣ ਗਿਆ ਅੱਜ, ਜਥੇਦਾਰ ਸਾਹਿਬ ਦੀ ਹਾਜ਼ਰੀ। ਐਮਪੀ ਰਾਘਵ ਚੱਡਾ ਤੇ ਪ੍ਰਨੀਤੀ ਚੋਪੜਾ ਦੀ ਮੰਗਣੀ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਜਥੇਦਾਰ ਸਾਹਿਬ ਨੇ, ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਸੀ, ਸਾਰੇ ਗਏ, ਮੁੱਖ ਮੰਤਰੀ ਪੰਜਾਬ ਵੀ ਗਏ। ਔਰ ਇਸ ਨੂੰ ਲੈ ਕੇ ਇੰਨਾ ਇਸ਼ੂ ਕਿਉਂ ਹੈ? ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰ ਬੋਲੇ ਨੇ ਕਿ ਸਾਨੂੰ ਇਤਰਾਜ਼ ਹੈ, ਇਸ ਨਾਲ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਹੁਣ ਇਸ ਦੇ ਪਿੱਛੇ ਸਿਆਸਤ ਕਿੰਨੀ ਹੈ, ਸਿਆਸੀ ਬਿਆਨਬਾਜ਼ੀ ਦੇ ਪਿੱਛੇ ਮਕਸਦ ਕੀ ਹੈ? ਇਹ ਸਾਰੇ ਮਸਲੇ ਤੇ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਨੇ। ਭੁੱਲਰ ਸਾਹਿਬ, ਅੱਜ ਦੀ ਜਿਹੜੀ ਚਰਚਾ ਹੈ, ਹਾਲਾਂਕਿ ਚਰਚਾ ਦੇ ਵਿਸ਼ੇ ਹੋਰ ਵੀ ਬਹੁਤ ਨੇ, ਪਰ ਅੱਜ ਇਸ ਨੇ ਬੜਾ ਧਿਆਨ ਆਪਣੇ ਵੱਲ ਖਿੱਚਿਆ, ਕੇਂਦਰਿਤ ਕੀਤਾ। ਰਾਘਵ ਚੱਡਾ ਐਮਪੀ ਦੀ ਮੰਗਣੀ ਦੇ ਵਿੱਚ ਜਥੇਦਾਰ ਸਾਹਿਬ ਦਾ ਜਾਣਾ, ਔਰ ਜਿਹੜੇ ਗਏ ਨੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠੇ, ਔਰ ਉਹਨਾਂ ਨੇ ਆਪਣਿਆਂ ਨੇ ਸਵਾਲ ਉਠਾਏ ਨੇ। ਬਿਲਕੁਲ ਇਹਦੇ 'ਚ ਸੰਦੀਪ ਲੱਗਦਾ ਕਿ ਜਥੇਦਾਰ ਸਾਹਿਬ ਦਾ ਜਾਣਾ, ਜਥੇਦਾਰ ਦਾ ਕੱਦ ਛੋਟਾ ਆ ਤੇ ਰਾਘਵ ਚੱਡਾ ਦਾ ਕੱਦ ਵੱਡਾ ਹੋਇਆ। ਜਥੇਦਾਰ ਸਾਹਿਬ ਨੂੰ ਸੋਚਣਾ ਚਾਹੀਦਾ ਸੀ। ਜਥੇਦਾਰ ਸਾਹਿਬ ਇੱਕ ਸੈਲੀਬ੍ਰਿਟੀ ਨਹੀਂ ਹੈਗੇ, ਪਹਿਲਾਂ ਸਾਨੂੰ ਇਹ ਸਮਝਣਾ ਪਊਗਾ। ਫਿਰ ਤਾਂ ਕੀ ਜਥੇਦਾਰ ਸਾਹਿਬ ਹਰ ਇੱਕ ਗਰੀਬ ਦੇ ਘਰ ਦੇ ਜੇ ਕਿਸੇ ਕੁੜੀ ਮੁੰਡੇ ਦੀ ਮੰਗਣੀ ਹੋਏਗੀ ਤੇ ਜਥੇਦਾਰ ਸਾਹਿਬ ਜਾਣਗੇ? ਕੀ ਤੁਸੀਂ ਅਮੀਰਾਂ ਦੇ ਜਾਓਗੇ? ਤੁਸੀਂ ਚਰਨਜੀਤ ਚੰਨੀ ਦੇ ਲੜਕੇ ਤੇ ਗਏ ਸੀ, ਉੱਥੇ ਵੀ ਤੁਸੀਂ ਆਨੰਦ ਕਾਰਜ ਵੀ ਹਾਜ਼ਰੀ ਭਰੀ ਸੀ। ਹੁਣ ਤੁਸੀਂ ਰਾਘਵ ਚੱਡਾ ਸਾਹਿਬ ਦੀ ਮੰਗਣੀ ਤੇ ਗਏ ਹੋ। ਜਥੇਦਾਰ ਸਾਹਿਬ ਇੱਕ ਦੁਨਿਆਵੀ ਅਦਾਲਤਾਂ ਤੋਂ ਵੀ ਸੁਪਰ ਸੁਪਰੀਮ ਆ। ਹਿੰਦੁਸਤਾਨ ਦੀ ਕੋਈ ਅਦਾਲਤ, ਨਾ ਡਿਸਟ੍ਰਿਕਟ ਕੋਰਟ, ਨਾ ਹਾਈ ਕੋਰਟ, ਨਾ ਸੁਪਰੀਮ ਕੋਰਟ ਜਥੇਦਾਰ ਸਾਹਿਬ ਨੂੰ ਤਲਬ ਨਹੀਂ ਕਰ ਸਕਦੀ ਹੈਗੀ। ਲੇਕਿਨ ਜਥੇਦਾਰ ਸਾਹਿਬ ਅਕਾਲ ਤਖਤ ਦਾ ਉਹ ਇਤਿਹਾਸ ਤੁਸੀਂ ਸੈਲੀਬ੍ਰਿਟੀ ਬਣਾ ਕੇ ਰੱਖ ਰਹੇ ਹੋ। ਜੇ ਕਿਸੇ ਨੇ ਤੁਹਾਡੇ ਕੋਲ ਆਸ਼ੀਰਵਾਦ ਲੈਣ ਆਉਣਾ ਤੇ ਨਤਮਸਤਕ ਹੋ ਕੇ ਉਹ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਤੁਹਾਡੇ ਕੋਲ ਆ ਕੇ ਆਸ਼ੀਰਵਾਦ ਲੈ ਸਕਦੇ ਹੈਗੇ ਨੇ। ਜੇ ਤੁਸੀਂ ਆਸ਼ੀਰਵਾਦ ਦੇਣ ਜਾਂਦੇ ਹੋ ਤਾਂ ਕੀ ਜਥੇਦਾਰ ਸਾਹਿਬ ਦੱਸਣਗੇ ਕਿ ਕਿੰਨੇ ਕਿ ਤੁਸੀਂ ਕਾਂਗਰਸੀਆਂ ਦੇ, ਕਿੰਨੇ ਕਿ ਤੁਸੀਂ ਅਕਾਲੀ ਦਲ ਦੇ ਲੀਡਰਾਂ ਦੇ ਮੁੰਡੇ ਕੁੜੀਆਂ ਦੇ ਵਿਆਹਾਂ ਸ਼ਾਦੀਆਂ ਤੇ ਗਏ ਜਾਂ ਮੰਗਣੀਆਂ ਤੇ ਗਏ ਹੋ? ਜਥੇਦਾਰ ਸਾਹਿਬ ਲੱਗਦਾ ਕਿ ਇਸ ਮਸਲੇ ਦੇ ਵਿੱਚ ਕਈ ਕੁਝ ਹੈ। ਇੱਕ ਤੇ ਜਥੇਦਾਰ ਸਾਹਿਬ ਗਏ ਨਹੀਂ ਆ, ਉਹ ਭੇਜੇ ਗਏ ਲੱਗਦਾ। ਕਈ ਰਾਘਵ ਚੱਡਾ ਸਾਹਿਬ ਦੇ ਥਰੂ ਕੋਈ ਸਕੋਰ ਸੈਟਲ ਕਰਨਾ ਚਾਹੁੰਦੇ ਨੇ ਪੰਜਾਬ ਗੌਰਮੈਂਟ ਦੇ ਨਾਲ, ਉਹਦੇ ਪਿੱਛੇ ਇਹ ਵੀ ਇੱਕ ਸਾਜ਼ਿਸ਼ ਹੋ ਸਕਦੀ ਹੈ। ਦੂਜਾ, ਜਥੇਦਾਰ ਸਾਹਿਬ ਨੇ ਗਏ ਨੇ, ਇੱਕ ਇਹ ਵਜ੍ਹਾ ਹੋ ਸਕਦੀ ਆ। ਦੂਜੀ ਵਜ੍ਹਾ ਇਹ ਹੋ ਸਕਦੀ ਹੈ ਕਿ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤਾ ਜ਼ਿਆਦਾ ਜਥੇਦਾਰ ਸਾਹਿਬ ਤੇ ਇੱਕ ਨਿੱਜੀ ਹਮਲਾ ਕੀਤਾ ਸੀ, ਤੇ ਸ਼ਾਇਦ ਜਥੇਦਾਰ ਸਾਹਿਬ ਉਹ ਵੀ ਦੱਸਣਗੇ ਹੁਣ ਭਗਵੰਤ ਮਾਨ ਨੂੰ ਵੀ ਮਾਨ ਸਾਹਿਬ ਤੁਸੀਂ ਤੇ ਮੈਨੂੰ ਟਿੱਪਣੀਆਂ ਕਰ ਰਹੇ ਹੋ ਨਿੱਜੀ ਤੌਰ ਤੇ, ਮੈਂ ਤੁਹਾਡੇ ਐਮਪੀ ਦੇ ਰਸਮਾਂ ਤੇ, ਖੁਸ਼ੀਆਂ ਵਾਲੀਆਂ ਰਸਮਾਂ ਤੇ ਹਾਜ਼ਰ ਹੋ ਕੇ ਇੱਕ ਸੁਨੇਹਾ ਦੇ ਰਿਹਾ ਹੈਗਾ।
ਪਰ ਸਵਾਲ ਇੱਕ ਚਰਚਾ ਹੋਣੀ ਲਾਜ਼ਮੀ ਆ, ਜਥੇਦਾਰ ਸਾਹਿਬ ਦੀ ਚਰਚਾ ਹੋਣੀ ਲਾਜ਼ਮੀ ਆ। ਅਕਾਲ ਤਖਤ ਇੱਕ ਐਡਾ ਵੱਡਾ ਸੁਪਰੀਮ ਆ ਤੇ ਉਹਦੇ ਤੇ ਜਦੋਂ ਦੇ ਜਥੇਦਾਰ ਬੈਠਣੇ ਸ਼ੁਰੂ ਹੋਏ ਨੇ ਉਹਨਾਂ ਨੇ ਉਸ ਤਖਤ ਦੀ ਮਰਿਆਦਾ ਨਹੀਂ ਰੱਖੀ ਹੈਗੀ। ਇਹ ਸੈਲੀਬ੍ਰਿਟੀ ਵਾਲਾ ਮਸਲਾ ਨਹੀਂ ਹੈਗਾ। ਜਥੇਦਾਰ ਦੀ ਕੋਈ ਨਿੱਜੀ ਨਹੀਂ ਹੁੰਦੀ, ਇਹ ਲੋਕੀ ਕਹਿੰਦੇ ਨਾ ਉਹਦਾ ਨਿੱਜੀ ਮਸਲਾ। ਮੈਂ ਕਹਿੰਦਾ ਹੈਗਾ ਨਾ ਕਿਸੇ ਐਮਐਲਏ ਦਾ, ਨਾ ਕਿਸੇ ਐਮਪੀ ਦਾ, ਨਾ ਕਿਸੇ ਜਥੇਦਾਰ ਦਾ, ਨਾ ਕਿਸੇ ਚੀਫ ਮਿਨਿਸਟਰ ਦਾ, ਨਾ ਪ੍ਰਾਈਮ ਮਿਨਿਸਟਰ, ਕੋਈ ਨਿੱਜੀ ਨਹੀਂ। ਤੁਹਾਡੇ ਨਾਲ ਜਦੋਂ ਰਿਸਪੈਕਟਡ ਸੰਵਿਧਾਨਿਕ ਤੇ ਸੰਵਿਧਾਨਿਕ ਤੋਂ ਉੱਪਰ ਅਕਾਲ ਤਖਤ ਦੀ ਕੁਰਸੀ ਮਿਲ ਜਾਂਦੀ ਆ, ਲੱਗ ਜਾਂਦੀ ਆ। ਗਿਆਨੀ ਹਰਪ੍ਰੀਤ ਸਿੰਘ ਕੌਣ ਆ? ਕੁਛ ਨਹੀਂ ਆ। ਹਿੰਦੁਸਤਾਨ ਦੇ ਵਿੱਚ ਹਜ਼ਾਰਾਂ PhD ਹੋਲਡਰ ਹੋਣਗੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਾਠੀ ਹੋਣਗੇ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗ੍ਰੰਥੀ ਹੋਣਗੇ ਜਿਨ੍ਹਾਂ ਨੂੰ ਮੂੰਹ ਜ਼ਬਾਨੀ ਪਾਠ ਆਉਂਦਾ ਹੋਊਗਾ, ਪਰ ਅਕਾਲ ਤਖਤ ਸਾਹਿਬ ਤੇ ਬੈਠੇ ਹੈਗੇ ਨੇ ਜਥੇਦਾਰ। ਹਿੰਦੁਸਤਾਨ ਦੇ ਵਿੱਚ ਕਿੰਨੇ 545 MP ਨੇ, ਪ੍ਰਾਈਮ ਮਿਨਿਸਟਰ ਇੱਕ ਹੀ ਆ ਨਾ ਜੀ, ਸਪੀਕਰ ਇੱਕ ਹੀ ਆ। ਕਿਸੇ ਦੀ ਨਿੱਜੀ ਨਹੀਂ ਹੈਗੀ। ਤੁਹਾਡੀ ਅਹੁਦਿਆਂ ਦੇ ਨਾਲ ਤੁਸੀਂ ਬੱਝੇ ਹੋਏ ਹੋ ਤੇ ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਨੂੰ ਗਰੇਜ਼ ਕਰਨਾ ਚਾਹੀਦਾ। ਕਿ ਰਾਘਵ ਚੱਡਾ ਸਾਹਿਬ ਤੁਹਾਨੂੰ ਮਿਲ ਕੇ ਸੱਦਾ ਦੇਣ ਗਏ ਸੀ? ਕੋਈ ਫੋਟੋ ਨਹੀਂ ਆਈ, ਨਹੀਂ ਤੇ ਆਮ ਆਦਮੀ ਪਾਰਟੀ ਵਾਲੇ ਸਭ ਤੋਂ ਫੋਟੋ ਵਾਇਰਲ ਕਰਦੇ ਨੇ। ਰਾਘਵ ਚੱਡਾ ਸਾਹਿਬ ਤੇ ਬਾਬਾ ਬਲਬੀਰ ਸਿੰਘ ਸੀਚੇਵਾਲ ਮਿਲੇ ਨੇ, ਉਹਨਾਂ ਨੂੰ ਵੀ ਸੱਦਾ ਪੱਤਰ ਦੇਣ ਗਏ ਸੀ ਡੇਰਾ ਸੱਚਾ ਬੱਲਾਂ ਵਾਲੇ ਮੁਖੀ, ਉਹ ਨਹੀਂ ਗਏ। ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਵੀ ਰਾਘਵ ਚੱਡੇ ਸਾਹਿਬ ਨੇ ਮੱਥਾ ਟੇਕ ਕੇ ਫੋਟੋ ਵਾਇਰਲ ਕੀਤੀ ਮੰਗਣੀ, ਤੇ ਉਹ ਨਹੀਂ ਗਏ। ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਡੇਰਾ ਬੱਲੇ ਵਾਲਿਆਂ ਤੋਂ ਵੀ, ਬਾਬਿਆਂ ਤੋਂ, ਬਿਆਸ ਵਾਲੇ ਬਾਬਿਆਂ ਤੋਂ ਵੀ ਉੱਪਰ ਆ। ਤੇ ਜਥੇਦਾਰ ਸਾਹਿਬ ਨੂੰ ਚਾਹੀਦਾ ਸੀ, ਤੇ ਕੀ ਜਥੇਦਾਰ ਸਾਹਿਬ ਨੂੰ ਕਿਵੇਂ ਸੱਦਾ ਭੇਜਿਆ ਗਿਆ, ਨਿਉਂਦਾ ਕਿਵੇਂ ਭੇਜਿਆ ਗਿਆ ਰਾਘਵ ਚੱਡਾ ਸਾਹਿਬ ਵੱਲੋਂ? ਕਿ DC ਦੇ ਥਰੂ, SDM ਦੇ ਥਰੂ, ਜਾਂ ਕਿਸੇ MLA ਦੇ ਥਰੂ, ਜਾਂ ਕਿਸੇ MP ਦੇ ਥਰੂ, ਜਾਂ ਕਿਸੇ ਮੰਤਰੀ ਦੇ ਥਰੂ? ਜੇ ਤਾਂ ਹੁੰਦੀ ਰਾਘਵ ਚੱਡਾ ਸਾਹਿਬ ਦੀ ਵੀ ਸ਼ਰਧਾ ਤੇ ਜਾ ਕੇ ਆਪ ਆਸ਼ੀਰਵਾਦ ਲੈ ਕੇ ਆਂਦੇ, ਜੀ ਮੈਂ ਮੰਗਣੀ ਕਰਾ ਰਿਹਾ, ਜ਼ਿੰਦਗੀ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਜਾ ਰਿਹਾ ਤੇ ਤੁਹਾਡੇ ਆਸ਼ੀਰਵਾਦ ਦੇ ਨਾਲ ਮੈਂ ਲੈਣਾ ਚਾਹੁੰਦਾ ਹੈਗਾ। ਫਿਰ ਇਸ ਮਸਲੇ ਦੇ ਵਿੱਚ ਇੱਕ ਦਲੀਲ ਦੇ ਰਹੇ ਨੇ ਕਿ ਜਥੇਦਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਕਿਸੇ ਇੱਕ ਧਰਮ ਦੇ ਨਾਲ ਐ ਤੁਸੀਂ ਬੰਨ੍ਹ ਕੇ ਨਹੀਂ ਵੇਖ ਸਕਦੇ। ਸਾਂਝੀਵਾਲਤਾ ਦਾ ਸੰਦੇਸ਼ ਹੈ, ਸਰਬੱਤ ਦਾ ਭਲਾ ਹੈ, ਇਸ ਕਰਕੇ ਜਥੇਦਾਰ ਵੀ ਸਾਰਿਆਂ ਦੇ ਸਾਂਝੇ ਨੇ। ਔਰ ਆਮ ਆਦਮੀ ਪਾਰਟੀ ਦੇ ਵਿੱਚ ਕਈ ਸਿੱਖ ਚਿਹਰੇ ਨੇ, ਇਸ ਕਰਕੇ ਉਹਨਾਂ ਦੀ ਨੁਮਾਇੰਦਗੀ ਵੀ ਉਹ ਕਰਦੇ ਨੇ, ਇਸੇ ਕਰਕੇ ਉਹ ਗਏ, ਸੱਦਾ ਆਇਆ, ਚਲੇ ਗਏ। ਨਹੀਂ, ਆਪਾਂ ਅਕਾਲ ਤਖਤ ਸਾਹਿਬ ਨੂੰ ਸਾਂਝੀਵਾਲਤੇ ਦੇ ਪ੍ਰਤੀਕ ਨਾਲ ਜੋੜ ਰਹੇ ਆ, ਉਹਨੂੰ ਜੋੜਨਾ ਹੀ। ਇਹ ਇੱਕ ਸਿੱਖਾਂ ਦਾ ਅਕਾਲ ਤਖਤ ਆ, ਉਸ ਖਾਲਸਾ ਰਾਜ ਦਾ ਹੈ, ਉਹ ਤਖਤ ਹੈਗਾ। ਸਾਂਝੀਵਾਲਤਾ ਦਾ ਉਹ ਸਾਡੇ ਦਸਮ ਗੁਰਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ, ਜਿੱਥੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ, ਸਰਬੱਤ ਦੇ ਭਲੇ ਦੀ ਮੰਗ ਕੀਤੀ ਜਾਂਦੀ ਆ। ਅਕਾਲ ਤਖਤ ਸਾਹਿਬ ਦਾ ਜਥੇਦਾਰ ਦੇ ਰੋਲ ਹੋਰ ਨੇ, ਉਹਨਾਂ ਦੀ ਭੂਮਿਕਾ ਹੋਰ ਆ, ਉਹਨਾਂ ਦੇ ਪਰਿਭਾਸ਼ਾ ਆਪਾਂ ਹੋਰ ਤਰ੍ਹਾਂ ਕਰ ਸਕਦੇ ਹਾਂ ਸਾਰਿਆਂ ਵਾਸਤੇ। ਉੱਦਾਂ ਤਾਂ ਜਿਹੜਾ ਮਰਜ਼ੀ ਜਾ ਕੇ ਮਿਲੇ, ਪਿੱਛੇ ਜੇ BJP ਵਾਲੇ ਲੀਡਰ ਵੀ ਜਾ ਕੇ ਮਿਲੇ ਨੇ। BJP ਵਾਲਿਆਂ ਨੇ, ਭਗਵੰਤ ਮਾਨ ਸਾਹਿਬ ਉਹਨਾਂ ਨੇ ਸਿਕਿਉਰਿਟੀ ਘਟਾਤੀ ਸੀ ਜਥੇਦਾਰ ਸਾਹਿਬ ਦੀ, ਤੇ ਸੈਂਟਰ ਦੀ BJP ਸਰਕਾਰ ਨੇ ਨਾਲ ਹੀ ਸਿਕਿਉਰਿਟੀ ਵਧਾ ਦਿੱਤੀ ਸੀ। ਚਰਚਾ ਤੇ ਵੀ ਆ ਕਿ ਸ਼ਾਇਦ ਅੱਜ ਕੱਲ੍ਹ ਜਥੇਦਾਰ ਸਾਹਿਬ ਉਹਨੇ ਅਕਾਲੀਆਂ ਨੂੰ ਨਾ ਚੰਗੇ ਲੱਗਦੇ ਉਹਨੇ ਜਿੰਨੇ ਆਮ ਆਦਮੀ ਪਾਰਟੀ ਨੂੰ ਤੇ BJP ਨੂੰ ਚੰਗੇ ਲੱਗਦੇ ਹੈਗੇ ਨੇ। ਜਥੇਦਾਰ ਕੋ ਸਾਰੇ ਜਾਂਦੇ ਹੈਗੇ ਨੇ, ਵੱਡੇ ਵੱਡੇ ਹਰ ਧਰਮ ਦੇ ਜਿਹੜੇ ਆਪਾਂ ਮੌਲਾਨਾ, ਗਿਆਨਪੀਠ, ਹਿੰਦੂ ਧਰਮ ਦੇ ਜਿਹੜੇ ਉਹਨਾਂ ਦੇ ਜਿੰਨੇ ਵੀ ਸੰਤ ਮਹਾਂਪੁਰਸ਼ ਮਿਲਦੇ ਆ, ਮਿਲਣ 'ਚ ਨਹੀਂ ਹਰਜ। ਲੇਕਿਨ ਜਥੇਦਾਰ ਸਾਹਿਬ ਤੇ ਜਿਹੜੇ ਇੱਦਾਂ ਦੇ ਹੁੰਦੇ ਨੇ, ਉਹ ਇੱਕ ਪਬਲਿਕ ਫਿਗਰ ਨਹੀਂ ਆ, ਉਸ ਪਬਲਿਕ ਫਿਗਰਾਂ ਤੋਂ ਬਹੁਤ ਜ਼ਿਆਦਾ ਦੁਨਿਆਵੀ ਦੁਨੀਆ ਤੋਂ ਉੱਪਰ ਹੁੰਦੇ ਨੇ। ਤੇ ਜਥੇਦਾਰ ਸਾਹਿਬ ਨੂੰ ਚਾਹੀਦਾ ਗੁਰੇਜ਼ ਕਰ ਲੈਣਾ ਚਾਹੀਦਾ ਹੈਗਾ ਸੀ। ਉਹਦੇ ਨਾਲ ਤੁਸੀਂ ਆਪਣੀ ਦੁਬਦਾ ਦੇ ਵਿੱਚ ਪਾਉਂਦੇ ਹੋ, ਪ੍ਰੋਬਲਮਸ ਪਾਉਂਦੇ ਹੈਗੇ ਨੇ ਵੀ ਜਥੇਦਾਰ ਦਾ ਇਹ ਕੰਮ ਨਹੀਂ ਹੈ। ਗਿਆਨੀ ਹਰਪ੍ਰੀਤ ਸਿੰਘ ਕੁਛ ਨਹੀਂ ਆ। ਗਿਆਨੀ ਹਰਪ੍ਰੀਤ ਸਿੰਘ ਇਸ ਕਰਕੇ ਬਹੁਤ ਕੁਝ ਆ ਕਿ ਉਹ ਜਥੇਦਾਰ ਨੇ ਅਕਾਲ ਤਖਤ ਦੇ ਕਾਰਜਕਾਰੀ, ਤੇ ਉਹ ਅਜਿਹੀਆਂ ਚੀਜ਼ਾਂ ਤੋਂ ਗਰੇਜ਼ ਕਰ ਸਕਦੇ ਸੀ। ਤੁਸੀਂ ਆਸ਼ੀਰਵਾਦ ਦੇਣਾ ਹੈਗਾ ਜਦੋਂ ਦਰਬਾਰ ਸਾਹਿਬ ਲਾਜ਼ਮੀ ਤੌਰ 'ਤੇ ਮੱਥਾ ਟੇਕਣ ਆਉਣਗੇ, ਨਵੀਂ ਜ਼ਿੰਦਗੀ ਸ਼ੁਰੂ ਕਰਦੇ, ਹਰ ਕੋਈ ਮੱਥਾ ਟੇਕਣ ਆਉਂਦਾ, ਉਦੋਂ ਮਿਲਿਆ ਜਾ ਸਕਦਾ ਸੀ। ਪਰ ਸਵਾਲ ਹੁਣ ਚਰਚਾ ਹੋਊਗੀ ਕਿ ਕੋਈ ਐਰਾ ਗੈਰਾ ਦੇ ਬੰਦੇ ਦੇ ਘਰ ਵੀ ਜਥੇਦਾਰ ਆਸ਼ੀਰਵਾਦ ਦੇਣ ਜਾਣਗੇ? ਕਿ ਮਾਈ ਭਾਈ ਲਾਲੋ ਬਹੁਤ ਨੇ ਪੰਜਾਬ ਦੇ ਵਿੱਚ, ਆਪਾਂ ਮਲਕ ਭਾਗੋ ਨਹੀਂ ਕਹਾਂਗੇ, ਮਾਈ ਭਾਈ ਲਾਲੋ ਬਹੁਤ ਨੇ। ਕਿ ਭਾਈ ਲਾਲੋ ਦੇ ਘਰ ਜਾਣਗੇ ਜਥੇਦਾਰ ਸਾਹਿਬ ਕਿ ਸਿਰਫ ਅਮੀਰਾਂ ਦੇ ਘਰ ਹੀ ਜਾਣਗੇ? ਆਪਾਂ ਇਹ ਨਹੀਂ ਕਹਿੰਦੇ ਕਿ ਅਮੀਰ ਸਾਰੇ ਬੇਈਮਾਨ ਹੋਣਗੇ, ਅਮੀਰ ਬੰਦਾ ਪੀੜ੍ਹੀ ਦਰ ਪੀੜ੍ਹੀ ਵੀ ਬਣ ਜਾਂਦੇ ਹੈਗੇ, ਕਿ ਸਿਰਫ ਅਮੀਰਾਂ ਦੇ ਘਰ ਜਾਣਗੇ? ਕੀ ਕੱਲ੍ਹ ਨੂੰ ਕਿਸੇ ਗਰੀਬ ਦੇ, ਕਿਸੇ ਕੁੜੀ ਮੁੰਡੇ ਦੀ ਮੰਗਣੀ ਹੁੰਦੀ ਹੈ, ਜਥੇਦਾਰ ਸਾਹਿਬ ਜਾਣਗੇ? ਇੱਕ ਮਰਿਆਦਾ ਵਾ, ਮਰਿਆਦਾ ਨੂੰ ਬਰਕਰਾਰ ਰੱਖਣਾ ਚਾਹੀਦਾ ਹੈਗਾ। ਔਰ ਖਾਸ ਕਰਕੇ ਜਥੇਦਾਰ ਸਾਹਿਬ ਉੱਥੇ ਚੰਗੇ ਲੱਗਦੇ ਵੀ ਹੈਗੇ,
ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕੇ ਨੇ ਦਰਸ਼ਨ ਸਿੰਘ ਸਾਹਿਬ ਹੋਣੀ, ਉਹ ਉੱਥੇ ਜਾ ਕੇ ਕੀਰਤਨ ਵੀ ਕਰਦੇ, ਜਿਨ੍ਹਾਂ ਨੇ ਪੰਥ ਦੇ ਵਿੱਚ ਬਹੁਤ ਕੰਮ ਕੀਤਾ, ਨਿਸ਼ਕਾਮ ਸੇਵਾ ਕੀਤੀ, ਉੱਥੇ ਜਾ ਕੇ ਕੀਰਤਨ ਵੀ ਕਰਦੇ ਰਹੇ ਨੇ। ਪਰ ਇੱਥੇ ਸਵਾਲ ਹੈ ਕਿੰਨੇ ਨਿਸ਼ਕਾਮ ਸੇਵਾ ਕੀਤੀ? ਤੁਸੀਂ ਤਾਂ ਇਹ ਕਹਿੰਦੇ ਰਹੇ ਕਿ ਹੁਣ ਟੋਪੀਆਂ ਵਾਲੇ ਸਾਡੇ ਤੇ ਰਾਜ ਕਰਦੇ ਤੇ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਲੱਗਿਆ ਵੀ ਉਹਨਾਂ ਨੂੰ ਮਿਲਦੇ ਨਹੀਂ ਹੈਗੇ। ਅੱਜ ਤੁਸੀਂ ਉਹਨਾਂ ਦੇ ਸਗਨਾਂ ਸ਼ਾਰਤਾਂ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰ ਜਿਹੜਾ ਤਖਤ ਤਲ ਦੇ ਕਿ ਉਸ ਤਖਤ ਦੀ ਕਿੰਨੀ ਮਹਾਨਤਾ। ਤੁਹਾਡੀ ਲਾਈਫ ਨਿੱਜੀ ਨਹੀਂ ਹੈਗੀ। ਜਦੋਂ ਤੁਸੀਂ ਕਿਸੇ ਤਖਤ ਤੇ ਬੈਠ ਜਾਂਦੇ ਹੋ, ਕਿਸੇ ਕੁਰਸੀ ਤੇ ਬੈਠ ਜਾਂਦੇ, ਤੁਸੀਂ ਤੁਹਾਡੀ ਇਹ ਨਹੀਂ ਕਹਿੰਦੇ ਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਹੋ ਸਕਦੀ ਹੈ, ਜੇ ਨਿੱਜੀ ਰੁਝੇਵੇਂ ਹੋ ਸਕਦੇ, ਨਹੀਂ। ਨਿੱਜੀ ਰੁਝੇਵੇਂ ਘਰ ਤੱਕ ਸੀਮਿਤ, ਪਬਲਿਕ ਲਾਈਫ ਦੇ ਵਿੱਚ ਜਿਹੜੀ ਨਵੀਂ ਬਿਪਤਾ ਛੇੜ ਲਈ ਆ ਜਥੇਦਾਰ ਸਾਹਿਬ ਨੂੰ, ਤੇ ਜਥੇਦਾਰ ਰਾਘਵ ਚੱਡਾ ਸਾਹਿਬ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ, ਸਾਰੇ ਵਧਾਈਆਂ ਦੇ ਰਹੇ ਨੇ, ਅੱਛੀ ਗੱਲ ਆ। ਉਹਨਾਂ ਨੂੰ ਕੋਈ ਸਮੱਸਿਆ ਨਹੀਂ, ਰਾਘਵ ਚੱਡਾ ਸਾਹਿਬ ਨੂੰ ਪ੍ਰੋਬਲਮ ਜਥੇਦਾਰ ਵਾਸਤੇ ਹੋਗੀ ਕਿ ਜਥੇਦਾਰ ਨੂੰ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ। ਔਰ ਇਹਦੇ 'ਚ ਆਪਾਂ ਕਹਿ ਰਹੇ ਨੇ ਕਿ ਸਿਰਫ ਕਾਲੀਆਂ ਦਾ ਸਵਾਲ, ਕਾਲੀਆਂ ਦਾ ਨਹੀਂ ਹੈਗਾ ਸਵਾਲ, ਇੱਕ ਸੁਪਰੀਮ ਉਹ ਤਖਤ ਦੀ ਆ ਜਿਹਨੂੰ ਸਾਰੇ ਸ਼ਰਧਾ ਨਤਮਸਤਕ ਹੁੰਦੇ ਨੇ। ਇਹਦੇ ਇੱਕ ਇਹ ਖੋਖਲੀਆਂ ਜਿਹੀਆਂ ਗੱਲਾਂ ਹੁੰਦੀਆਂ ਕਿ ਅਕਾਲੀ ਦਲ ਦਾ ਹੀ ਆ, ਉਹ ਤਾਂ ਠੀਕ ਆ ਕਿ ਅਕਾਲੀ ਦਲ ਵਾਲੇ ਲਾਉਂਦੇ ਰਹੇ ਨੇ। ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸੋਚਣਾ ਪਊਗਾ। ਇੱਕ ਮੁਕਤਸਰ ਦੇ ਬੰਦੇ ਦੇ ਕਹਿਣ 'ਤੇ, ਜਿਹਨੇ ਆਪ ਅੰਮ੍ਰਿਤ ਨਹੀਂ ਛਕਿਆ ਹੈਗਾ ਸੀ, ਜਿਹਦਾ ਕੋਈ ਪੰਥ ਦੇ ਵਿੱਚ ਲੈਣਾ ਦੇਣਾ ਨਹੀਂ ਹੈਗਾ, ਜਿਨ੍ਹਾਂ ਦਾ ਪਿਛੋਕੜ ਬੜਾ ਸ਼ੱਕੀ ਸੀ, ਉਹਨਾਂ ਲੋਕਾਂ ਦੀ ਜਥੇਦਾਰ ਸਾਹਿਬ ਦੇ ਨਾਲ ਸਾਂਝ ਸੀ। ਇਸ ਮਹਾਨ ਤਖਤ ਤੇ ਬੈਠ ਕੇ ਲੋਕੀ ਹੁਣ ਇੱਥੋਂ ਤੱਕ ਗੱਲਾਂ ਕਰਨਗੇ। ਤੇ ਜਥੇਦਾਰ ਨੂੰ ਸਾਹਿਬ ਨੂੰ ਚਾਹੀਦਾ ਕਿ ਤੁਸੀਂ ਉਸ ਤਖਤ ਤੇ ਬੈਠੇ ਹੋ ਜਿੱਥੇ ਮੀਰੀ ਪੀਰੀ ਦਾ ਸਿਧਾਂਤ ਆ, ਜਿੱਥੇ ਛੇਵੇਂ ਪਾਤਸ਼ਾਹ ਸਾਹਿਬ ਨੇ ਲੜਾਈਆਂ ਵੀ ਲੜੀਆਂ, ਜਿੱਤੀਆਂ ਵੀ ਹੈਗੀਆਂ ਨੇ, ਕਦੀ ਮੀਰੀ ਤੇ ਕਬਜ਼ਾ ਨਹੀਂ ਕੀਤਾ ਹੈਗਾ ਨਾ। ਤੁਹਾਨੂੰ ਉਹ ਮੀਰੀ ਪੀਰੀ ਦੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋ ਕਈ ਅਜਿਹੇ ਫੈਸਲੇ ਲੈਣੇ। ਤੁਸੀਂ ਗਰੇਜ ਕਰ ਸਕਦੇ, ਜਾਂ ਨੂੰ ਤੇ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਵੀ ਜਾ ਸਕਦੇ, ਜਾਂ ਨੂੰ ਤੇ ਡੇਰਾ ਬੱਲਾਂ ਵਾਲੇ ਪੂਜਨੀਕ ਜਿਹੜੇ ਗੁਰੂ ਨੇ ਉਹ ਵੀ ਜਾ ਸਕਦੇ। ਲੇਕਿਨ ਕੁਝ ਗੱਲਾਂ ਤੁਸੀਂ ਗਰੇਜ ਕਰ ਸਕਦੇ ਕਿ ਉਹਨਾਂ ਲੋਕਾਂ ਦੇ ਕਹਿਣ 'ਤੇ ਜਿਹੜੇ ਰਾਘਵ ਚੱਡਾ ਸਾਹਿਬ ਦੇ ਜਰੀਏ ਪੰਜਾਬ 'ਚ ਸਕੋਰ ਸੈਟਲ ਕਰਨਾ ਚਾਹੁੰਦੇ, ਤੁਸੀਂ ਉਹਨਾਂ ਦੇ ਕਹਿਣ 'ਤੇ ਗਏ ਹੋ, ਜਾਂ ਫਿਰ ਤੁਸੀਂ ਭਗਵੰਤ ਮਾਨ ਨੂੰ ਨੀਵਾਂ ਦਿਖਾਉਣ ਵਾਸਤੇ ਕਰ ਰਹੇ ਹੋ। 100% ਆ ਸੰਦੀਪ ਕਿ ਰਾਘਵ ਚੱਡਾ ਸਾਹਿਬ ਨੂੰ, ਠੀਕ ਹੈ, ਮੈਂਬਰ ਪਾਰਲੀਮੈਂਟ, ਬੜੇ ਸੋਹਣੇ ਸੁਨੱਖੇ, ਹਿੰਦੁਸਤਾਨ ਦੇ ਸਭ ਤੋਂ ਵੱਧ ਐਨਰਜੈਟਿਕ ਮੈਂਬਰ ਪਾਰਲੀਮੈਂਟ ਆ, ਜਿਨ੍ਹਾਂ ਦਾ ਗੱਲ ਕਰਨ ਦਾ ਤਰੀਕਾ, ਵਿਜ਼ਨ ਆ, ਸਲੀਕਾ ਹੈਗਾ ਵਾ, ਸਮਝ ਬਹੁਤ ਜ਼ਿਆਦਾ ਹੈਗੀ ਆ। ਪਰ ਜਿੱਥੋਂ ਤੱਕ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੁਲਾਉਣਾ ਹੈਗਾ ਨਾ ਜੀ, ਉਹ ਮੈਨੂੰ ਲੱਗਦਾ ਕਿ ਉਹਦੇ ਪਿੱਛੇ ਇੱਕ ਬਹੁਤ ਵੱਡੀ ਸੋਚਿਆ ਸਮਝਿਆ ਕਿਸੇ ਦਾ ਫੈਸਲਾ ਹੈਗਾ। ਨਾ ਤੇ ਰਾਘਵ ਚੱਡਾ ਸਾਹਿਬ ਨੂੰ ਸੁਪਨਾ ਆਉਣਾ ਸੀ ਕਿ ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬੁਲਾਉਣਾ, ਤੇ ਨਾ ਕਿਸੇ ਦਾ ਹੋਰ ਸਕਦਾ ਕਿ ਰਾਘਵ ਚੱਡਾ ਸਾਹਿਬ ਦੇ ਮੰਗਣੀ ਤੇ ਜਾਣਾ ਚਾਹੀਦਾ ਹੈਗਾ। ਇਹ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਆਪਣੇ ਆਪ ਨੂੰ ਬਿਪਤਾ ਦੇ ਵਿੱਚ ਪਾ ਲਿਆ ਹੈਗਾ, ਤੇ ਪ੍ਰਮਾਤਮਾ ਕਰਾਉਂਦਾ ਅਜਿਹੀਆਂ ਗੱਲਾਂ। ਤੁਸੀਂ ਕਿਸੇ ਵੇਲੇ ਉਸ ਕੱਦ ਦਾ, ਉਸ ਰੁਤਬੇ ਦਾ ਜਦੋਂ ਤੁਸੀਂ ਖਿਆਲ ਨਹੀਂ ਰੱਖਦੇ ਹੈਗੇ, ਜਦੋਂ ਤੁਹਾਡੇ ਤੇ ਇੱਕ ਆਮ ਬੰਦਾ ਟਿੱਪਣੀਆਂ ਕਰੂਗਾ, ਮੇਰੇ ਵਰਗਾ ਹੀ ਬੁਲਾ ਲਓ, ਤੇ ਫਿਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਸ ਤਖਤ ਤੇ ਬੈਠ ਕੇ ਉਹਦੀ ਮਰਿਆਦਾ ਰੱਖਣ ਵਾਸਤੇ ਤੁਹਾਨੂੰ ਕਿੰਨਾ ਕੁਛ ਕੰਮ ਕਰਨਾ ਪਊਗਾ। ਕਿੰਤੂ ਪਰੰਤੂ ਹੋਣੇ ਨਹੀਂ ਚਾਹੀਦੇ। ਪਰ ਇਹ ਮਸਲਾ ਜਿਹੜੇ ਲੋਕ ਕਹਿ ਰਹੇ ਕਿ ਇਕੱਲਾ ਬਾਦਲਾਂ ਦਾ ਨਹੀਂ, ਇਕੱਲਾ ਅਕਾਲੀਆਂ ਦਾ ਨਹੀਂ, ਹਰ ਪਾਰਟੀ ਦੇ ਸਿੱਖ, ਮਸਲਾ ਉਹ ਨਹੀਂ ਹੈਗਾ। ਇਹ ਤੇ ਐਵੇਂ ਗੱਲਾਂ ਵੀ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈਗਾ ਵੀ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਿੱਖ ਆ ਜੀ, ਕਾਂਗਰਸ ਵੀ ਬਹੁਤ ਸਿੱਖ ਆ ਜੀ, ਅਕਾਲੀ ਦਲ ਦੇ ਵਿੱਚ ਸਿੱਖ ਆ, ਲੈਫਟ ਦੇ ਵਿੱਚ ਵੀ ਆ, ਬਸਪਾ ਦੇ ਵਿੱਚ ਵੀ ਆ। ਉਹ ਵਾਲਾ ਮਸਲਾ ਨਹੀਂ ਹੈਗਾ। ਇਹ ਤਾਂ ਉੱਪਰ ਆ, ਸਾਰਿਆਂ ਤੋਂ ਉੱਪਰ ਹੈਗਾ ਜੀ। ਇਸ ਕਰਕੇ ਸਾਰਿਆਂ ਦੀ ਸ਼ਰਧਾ, ਉਸ ਸ਼ਰਧਾ ਦਾ ਖਿਆਲ ਰੱਖਣਾ ਚਾਹੀਦਾ ਹੈਗਾ ਜੀ ਜਥੇਦਾਰ ਸਾਹਿਬ। ਹੁਣ ਲੋਕਾਂ ਦਾ ਦੇਖੋ ਨਾ ਕੀ ਆ, ਜਥੇਦਾਰ ਸਾਹਿਬ ਦੇ ਨਾਲ ਉਹਨਾਂ ਦੀ ਬੇਟੀ ਗਈ ਸੀ, ਉਹਨਾਂ ਨੇ ਕਿਸੇ ਉਚੇਰੀ ਸਿੱਖਿਆ ਵਾਸਤੇ ਦਿੱਲੀ ਤੋਂ ਅੱਗੇ ਉਹਨਾਂ ਨੇ ਐਡਮਿਸ਼ਨ ਲਈ ਹੈਗੀ ਆ, ਉਹ ਬੇਟੀ ਨਾਲ ਬੈਠੀ ਸੀ, ਤੇ ਜਿਹੜੇ ਆਨਲਾਈਨ ਗੁੰਡੇ ਬੈਠੇ ਹੈਗੇ ਨੇ ਉਹ ਜਥੇਦਾਰ ਸਾਹਿਬ ਦੀ ਧੀ ਤੇ ਵੀ ਟਿੱਪਣੀਆਂ ਕਰ ਰਹੇ। ਇੱਕ ਤੇ ਦੇਖੋ ਨਾ ਕਿੰਨਾ ਵਿਵਾਦ ਖੜਾ ਹੋ ਗਿਆ। ਜਦੋਂ ਤੁਸੀਂ ਆਨਲਾਈਨ ਬੈਠਦੇ ਹੋ, ਹਰ ਕਿਸਮ ਦੇ ਲੋਕੀ, ਚੰਗੇ ਵੀ ਆ, ਮਾੜੇ ਵੀ ਆ, ਗੁੰਡੇ ਅਨਸਰ ਵੀ ਹੈਗੇ ਨੇ, ਜਿਨ੍ਹਾਂ ਨੇ ਹਮੇਸ਼ਾ ਕਰੈਕਟਰ ਅਸੈਸੀਨੇਸ਼ਨ ਕਰਨਾ। ਹੁਣ ਜਥੇਦਾਰ ਸਾਹਿਬ ਤੇ ਟਿੱਪਣੀ ਕਰੋ, ਤੁਸੀਂ ਉਹਨਾਂ ਦੀ ਧੀ ਨੂੰ, ਕਿਸੇ ਨੇ ਦੇਖਦਾ ਥੋੜ੍ਹਾ ਕੋਈ ਆ ਕਿ ਉਹਨਾਂ ਦੇ ਨਾਲ ਕੋਈ ਧੀ ਆ, ਜੋ ਫੇਸਬੁੱਕ ਤੇ ਲਾਣਾ ਬੈਠਾ ਹੈਗਾ ਕਿ ਜਥੇਦਾਰ ਸਾਹਿਬ ਕਿਸੇ ਲੜਕੀ ਅੱਗੇ ਪਿੱਛੇ, ਇਹ ਪੁੱਛਦੇ ਲਓ ਉਹਨਾਂ ਦੀ ਬੇਟੀ ਆ, ਧੀ ਆ, ਉਹਨਾਂ ਦੀ ਐਡਮਿਸ਼ਨ ਸੀ, ਉਹਨਾਂ ਦੀ ਦਿੱਲੀ ਤੋਂ ਅੱਗੇ ਕਿਸੇ ਕਾਲਜ 'ਚ ਐਡਮਿਸ਼ਨ ਉਹਨਾਂ ਨੂੰ ਖੁਦ ਛੱਡਣ ਚੱਲੇ ਹੈਗੇ, ਕਿਉਂਕਿ ਖੁਦ ਇੱਕ PhD ਪਾਸ ਆ। ਪਰ ਜਥੇਦਾਰ ਸਾਹਿਬ ਨੇ ਆਪ ਬਿਪਤਾ ਛੇੜ ਲਈ ਹੈਗੀ ਆ। ਇਸ ਮਸਲੇ ਦੇ ਵਿੱਚ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ। ਲੋਕੀ ਤੇ ਇਹ ਵੀ ਗੱਲਾਂ ਕਰ ਰਹੇ ਨੇ
ਕਿ ਉੱਥੇ ਜਥੇਦਾਰ ਸਾਹਿਬ ਨੂੰ ਸਰੂਪਾ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ। ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਜੀ ਉਹ ਨੌਨ ਸਿੱਖੀ ਤੇ ਨੌਨ ਸਿੱਖ ਨੇ ਆਪਣੇ ਘਰ ਬੁਲਾ ਲਿਆ ਹੈਗਾ। ਉਹ ਤਾਂ ਨਾਨਕ ਨਾਮ ਲੇਵਾ ਸੰਗਤ ਤਾਂ ਪੂਰੇ ਦੁਨੀਆ 'ਚ ਵੱਸਦੀ ਹੈਗੀ ਆ, ਤੇ ਜਥੇਦਾਰ ਉਹਨਾਂ ਸਾਰਿਆਂ ਦੇ ਘਰ ਜਾਣਗੇ। ਤੇ ਕੀ ਰਾਘਵ ਚੱਡਾ ਸਾਹਿਬ ਨੂੰ 2017 ਦੇ ਇੱਥੇ ਆ ਗਏ ਤੇ ਨਿੱਜੀ ਤੌਰ ਤੇ ਰਾਘਵ ਚੱਡਾ ਸਾਹਿਬ ਜਥੇਦਾਰ ਸਾਹਿਬ ਨੂੰ ਕਿੰਨੀ ਵਾਰ ਜਾ ਕੇ ਅਕਾਲ ਤਖਤ ਸਾਹਿਬ ਦੇ ਉੱਥੇ ਤਖਤ 'ਚ ਜਾ ਕੇ ਮਿਲੇ ਹੈਗੇ ਨੇ? ਕਦੀ ਕਈ ਫੋਟੋ ਆਈ। ਇਹ ਕਿਤੇ ਨਾ ਕਿਤੇ ਗੇਮ ਬਣਾਈ ਗਈ ਹੈਗੀ ਆ। ਰਾਘਵ ਚੱਡਾ ਸਾਹਿਬ ਦਾ ਕੱਦ ਔਰ ਲਾਜ਼ਮੀ ਤੌਰ ਤੇ ਪੰਜਾਬ ਦੇ ਜਿਹੜੇ ਸਿੱਖ ਸਾਈਕੀ ਆ, ਜਿਹੜੇ ਅੱਜ ਡਿਫਾਈਨਡ ਕਰਨ ਦੇ ਨੇ, ਜਥੇਦਾਰ ਨੂੰ ਕਹਿ ਰਹੇ ਵੀ ਕੋਈ ਗੱਲ ਨਹੀਂ, ਚਲੇ ਗਏ ਤੇ ਕੋਈ ਗੱਲ ਨਹੀਂ। ਉਹ ਲੱਗਦਾ ਕਿ ਰਾਘਵ ਚੱਡਾ ਸਾਹਿਬ ਨੂੰ ਸਿੱਖ ਸਾਈਕੀ ਦੇ ਵਿੱਚ ਉਹਨੂੰ ਪਰਫੈਕਟ ਨੇਤਾ ਬਣਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਚੈਲੰਜ ਵਿਦਿਨ ਦਾ ਆਮ ਆਦਮੀ ਪਾਰਟੀ ਹੋਏਗਾ। ਇੱਕ ਪਾਸੇ ਸਾਡੇ ਸੀਐਮ ਸਾਹਿਬ ਜਿਹੜੇ ਸਿੱਧੇ ਅਟੈਕ ਕਰਦੇ ਨੇ ਕਿ ਤੁਸੀਂ ਬਾਦਲਾਂ ਤੋਂ ਪੁੱਛ ਕੇ ਸਾਰੀ ਕਾਰਵਾਈ ਕਰਦੇ ਹੋ, ਤੇ ਦੂਜੇ ਪਾਸੇ ਜਥੇਦਾਰ ਸਾਹਿਬ ਕਹਿੰਦੇ ਕਿ ਠੀਕ ਆ, ਮੈਂ ਤੇਰੇ ਰਾਜ ਸਭਾ ਮੈਂਬਰ ਦੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇ ਮੈਂ ਉੱਥੇ ਆ। ਉੱਥੇ ਫੋਟੋ ਤੇ ਕੋਈ ਵਾਇਰਲ ਨਹੀਂ ਹੋਈ ਕਿ ਜਥੇਦਾਰ ਦੇ ਪੈਰੀ ਹੱਥ ਲਾਉਂਦੇ ਰਾਘਵ ਚੱਡਾ ਸਾਹਿਬ ਦਿਖਾਈ ਦਿੱਤੇ ਨੇ। ਫੋਟੋ ਵਾਇਰਲ ਹੋਈ ਨਹੀਂ ਕਿ ਕੇਜਰੀਵਾਲ ਸਾਹਿਬ ਪੈਰੀ ਹੱਥ ਲਾਉਂਦੇ ਦਿਖਾਈ ਦਿੱਤੇ। ਫੋਟੋ ਵਾਇਰਲ ਨਹੀਂ ਹੋਈ ਕਿ ਭਗਵੰਤ ਮਾਨ ਸਾਹਿਬ ਪੈਰੀ ਹੱਥ ਲਾ ਰਹੇ ਉਹਨਾਂ ਦੇ ਜਥੇਦਾਰ ਸਾਹਿਬ ਦੇ। ਆਹ ਫੋਟੋਆਂ ਵਾਇਰਲ ਜਿਹੜੀਆਂ ਹੋ ਰਹੀਆਂ ਵੀ ਖੜੇ ਨੇ, ਸਰੂਪਾ ਪਾ ਰਹੇ ਨੇ। ਤੇ ਦੂਜੇ ਪਾਸੇ ਲਾਜ਼ਮੀ ਤੌਰ ਤੇ ਕਾਂਗਰਸ ਪਾਰਟੀ ਫੋਟੋਆਂ ਵਾਇਰਲ ਕਰਨਗੇ ਕਿ ਜਦੋਂ ਚੰਨੀ ਸਾਹਿਬ ਆਪਣੇ ਮੁੰਡੇ ਦੀ ਆਨੰਦ ਕਾਰਜ ਵਾਸਤੇ ਸੱਦਾ ਪੱਤਰ ਦੇਣ ਗਏ ਸੀ ਤੇ ਉਹਨਾਂ ਜਾ ਕੇ ਜਥੇਦਾਰ ਸਾਹਿਬ ਦੇ ਪੈਰੀ ਹੱਥ ਲਾਏ ਸੀ। ਹੁਣ ਸਵਾਲ ਹੈ ਕਿ ਉਦੋਂ ਵੀ ਰੌਲਾ ਪਿਆ ਸੀ ਕਿ ਚੰਨੀ ਸਾਹਿਬ ਦੇ ਲੜਕੇ ਤੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ। ਅੱਜ ਫੇਰ ਹੈ ਕਿ ਰਾਘਵ ਚੱਡਾ ਸਾਹਿਬ ਦੀ ਮੰਗਣੀ ਤੇ ਜਾਣਾ ਚਾਹੀਦਾ ਕਿ ਨਹੀਂ ਚਾਹੀਦਾ। ਤੇ ਜੇ ਤੁਸੀਂ ਇਹਨਾਂ ਲੋਕਾਂ ਤੇ ਜਾਣਾ ਹੈਗਾ ਤੇ ਅਸੀਂ ਤਵੱਕੋ ਰੱਖਣਗੇ ਪੰਜਾਬ ਦਾ ਉਹ ਸਾਰੇ ਪੰਜਾਬੀ ਕਿ ਕੱਲ੍ਹ ਨੂੰ ਕੋਈ ਗਰੀਬ ਬੰਦਾ ਵੀ, ਭਾਈ ਲਾਲੋ ਵੀ, ਕੋਈ ਰੇਹੜੀ ਵਾਲਾ, ਕੋਈ ਮਜ਼ਦੂਰੀ ਵਾਲਾ, ਕੋਈ ਖੇਤਾਂ 'ਚ ਕੰਮ ਕਰਨ ਵਾਲਾ, ਕੋਈ ਭੱਠੇ 'ਤੇ ਕੰਮ ਕਰਨ ਵਾਲਾ, ਕੋਈ ਹੋਟਲਾਂ 'ਤੇ ਕੰਮ ਕਰਨ ਮਜ਼ਦੂਰ ਦੇ ਕਿਸੇ ਕੁੜੀ ਮੁੰਡੇ ਦਾ ਰਿਸ਼ਤਾ ਹੈਗਾ ਤੇ ਉਹ ਵੀ ਚਾਹੂਗਾ ਕਿ ਮੇਰੇ ਕੁੜੀ ਮੁੰਡੇ ਦੀ ਮੰਗਣੀ ਜਾਂ ਵਿਆਹ ਹੋ ਰਿਹਾ ਜੀ ਤੇ ਜਥੇਦਾਰ ਸਾਹਿਬ ਆ ਕੇ ਆਸ਼ੀਰਵਾਦ ਦੇਣ ਜੀ। ਇੱਕ ਗੱਲ ਹੋਰ ਨਾਲ ਜੁੜਦੀ ਹੈ ਕਿ ਇਹ ਤਾਂ ਸੱਦਾ ਕਿਵੇਂ ਦਿੱਤਾ ਗਿਆ ਜਥੇਦਾਰ ਸਾਹਿਬ ਨੂੰ ਤੇ ਕਿਵੇਂ ਉੱਥੇ ਪਹੁੰਚ ਜਾਂਦੇ ਨੇ ਤਾਂ ਚਰਚਾ ਦਾ ਵਿਸ਼ਾ ਬਣ ਗਿਆ। ਪਰ ਪਹਿਲਾਂ ਕਈ ਭਾਜਪਾ ਨੇ ਜਦੋਂ ਫੈਸਲੇ ਲਏ ਤਾਂ ਉਦੋਂ ਜਥੇਦਾਰ ਸਾਹਿਬ ਕਹਿੰਦੇ ਸੀ ਕਿ ਲਿਆਕਤ ਨਾਲ ਸਹੀ ਢੰਗ ਨਾਲ ਸੱਦਿਆ ਨਹੀਂ ਗਿਆ, ਇਸ ਕਰਕੇ ਉਹ ਪਹੁੰਚੇ ਨਹੀਂ ਜਿਹੜੇ ਅਹਿਮ ਫੈਸਲੇ ਲਏ ਗਏ ਸੀ। ਬਿਲਕੁਲ ਸੰਦੀਪ, ਸਭ ਤੋਂ ਵੱਡੀ ਗੱਲ ਹੈ ਬੀਜੇਪੀ ਨਾ ਕਹੀਏ ਆਪਾਂ, ਸੈਂਟਰ ਦੇ ਵਿੱਚ ਭਾਰਤ ਸਰਕਾਰ ਹੈ, ਇੰਡੀਆ ਗੌਰਮੈਂਟ ਆ, ਠੀਕ ਹੈ ਜੀ। ਭਾਰਤ ਸਰਕਾਰ ਨੇ 2 ਮਹੱਤਵਪੂਰਨ ਸਿੱਖ ਕੌਮ ਨੂੰ ਡੈਡੀਕੇਟਡ 2 ਪ੍ਰੋਗਰਾਮ ਕੀਤੇ। ਇੱਕ ਤੇ ਚਾਰੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਦੇ ਮੱਦੇ-ਨਜ਼ਰ ਉਹਨਾਂ ਨੇ ਵੀਰ ਬਾਲ ਦਿਵਸ ਮਨਾਇਆ ਸੀ। ਸਪੈਸ਼ਲ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਬੁਲਾਇਆ ਗਿਆ, ਉਦੋਂ ਕਿਉਂ ਨਹੀਂ ਗਏ? ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ 9ਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ ਭਾਰਤ ਸਰਕਾਰ ਵੱਲੋਂ, ਜਥੇਦਾਰ ਸਾਹਿਬ ਉਦੋਂ ਨਹੀਂ ਗਏ। ਹੁਣ ਸਵਾਲ ਇਹ ਹੈ ਕਿ ਅਕਾਲ ਤਖਤ ਸਾਹਿਬ ਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੋਕ ਕੀ ਕਹਿੰਦੇ ਨੇ ਕਿ ਉਦੋਂ ਜਥੇਦਾਰ ਸਾਹਿਬ ਨੂੰ ਆਦਰ ਸਹਿਤ ਨਹੀਂ ਬੁਲਾਇਆ ਗਿਆ ਸੀ। ਆਦਰ ਸਹਿਤ ਦਾ ਕੀ ਮਤਲਬ ਕਿ ਆ ਕੇ ਨਰਿੰਦਰ ਮੋਦੀ ਸਾਹਿਬ ਤੁਹਾਨੂੰ ਆ ਕੇ ਮਿਲਦੇ, ਅਮਿਤ ਸ਼ਾਹ ਤੁਹਾਨੂੰ ਆ ਕੇ ਮਿਲਦੇ, ਆਦਰ ਸਹਿਤ ਇਹੀ ਹੋਇਆ ਨਾ। ਤੇ ਕੀ ਅੱਜ ਜਦੋਂ ਤੁਸੀਂ ਗਏ ਹੋ, ਇਹ ਉਹ ਉਦੋਂ ਕੌਮ ਦੇ ਵੱਡੇ ਫੈਸਲੇ ਸੀ, ਵੱਡੇ ਪ੍ਰੋਗਰਾਮ ਮਨਾਏ ਗਏ। ਤੁਸੀਂ ਉੱਥੇ ਜਾ ਕੇ ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਪ੍ਰੋਗਰਾਮ ਦੇ ਜਾ ਕੇ ਕਹਿ ਸਕਦੇ ਸੀ ਕਿ ਉਹਨਾਂ ਨੇ ਤੇ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ, ਸ਼ਹਾਦਤ ਦਾ ਜਾਮ ਪੀਤਾ ਹੈਗਾ। ਅੱਜ ਉਹ ਹਿੰਦੁਸਤਾਨ ਦੇ ਵਿੱਚ ਹੋ ਰਿਹਾ, ਮਜ਼ਲੂਮਾਂ ਤੇ ਅਤਿਆਚਾਰ ਹੋ ਰਿਹਾ। ਸੈਂਟਰ ਸਰਕਾਰ ਨੂੰ ਮਿਹਣੇ ਮਾਰ ਸਕਦੇ ਹੈਗੇ ਸੀ ਕਿ ਤੁਹਾਡੇ ਤੋਂ ਮਿਨੋਰਟੀ ਡਰੀ ਹੋਈ ਆ, ਮਿਨੋਰਟੀ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਡਰ ਵਾਲਾ ਮਾਹੌਲ, ਖੌਫ ਵਾਲਾ। ਤੁਸੀਂ ਅਜਿਹੇ ਮੌਕੇ ਨਾ ਕਰੋ, ਪ੍ਰਣ ਕਰੋ। ਤੁਸੀਂ ਜਾ ਕੇ ਇੱਕ ਤੇ ਰਿਜੈਂਟਮੈਂਟ ਸ਼ੋਅ ਕਰ ਸਕਦੇ, ਇੱਕ ਤੁਸੀਂ ਆਪਣੇ ਭਾਸ਼ਣ ਦੇ ਵਿੱਚ ਭਾਰਤ ਸਰਕਾਰ ਨੂੰ ਸੁਚੇਤ ਵੀ ਕਰ ਸਕਦੇ, ਸੁਨੇਹਾ ਵੀ ਦੇ ਸਕਦੇ। 2 ਮੌਕਿਆਂ ਤੇ ਨਾ ਤੁਸੀਂ ਵੀਰ ਬਾਲ ਦਿਵਸ ਮੌਕੇ ਗਏ, ਨਾ ਤੁਸੀਂ 9ਵੇਂ ਪਾਤਸ਼ਾਹ ਸਾਹਿਬ ਸ਼੍ਰੀ ਜੀ ਦਾ ਜਦੋਂ ਪ੍ਰੋਗਰਾਮ ਕਰਵਾਇਆ ਗਿਆ ਉਦੋਂ ਨਹੀਂ ਗਏ। ਤੇ ਹੁਣ ਤੁਸੀਂ ਰਾਘਵ ਚੱਡਾ ਸਾਹਿਬ ਦੇ ਪ੍ਰੋਗਰਾਮ ਤੇ ਗਏ। ਹੁਣ ਇਹ ਸਾਰੀਆਂ ਗੱਲਾਂ ਹੋਣਗੀਆਂ ਕਿ ਹੁਣ ਤੁਹਾਨੂੰ ਆਦਰ ਮਾਣ ਸਹਿਤ ਦੇ ਨਾਲ ਬੁਲਾਇਆ ਗਿਆ। ਕੀ ਰਾਘਵ ਚੱਡਾ ਸਾਹਿਬ ਤੁਹਾਨੂੰ ਮਿਲ ਕੇ ਗਏ ਨੇ? ਕੀ ਭਗਵੰਤ ਮਾਨ ਸਾਹਿਬ ਮਿਲ ਕੇ ਗਏ ਨੇ? ਜਾਂ ਕੀ ਦਿੱਲੀ ਦੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੁਹਾਨੂੰ ਫੋਨ ਕੀਤਾ ਜਾਂ ਤੁਹਾਨੂੰ ਮਿਲ ਕੇ ਗਏ ਨੇ? ਜਾਂ ਕੀ ਪੰਜਾਬ ਦਾ ਕੈਬਨਿਟ ਮੰਤਰੀ ਕਿਹੜਾ ਤੁਹਾਨੂੰ ਮਿਲ ਕੇ ਗਿਆ ਹੈਗਾ? ਤੁਹਾਨੂੰ ਦੱਸਣਾ ਪਊਗਾ। ਤੁਹਾਡੇ ਵਾਸਤੇ ਉਹ ਵੱਡੇ ਪ੍ਰੋਗਰਾਮ ਸੀ ਜਿਹੜੇ ਕੌਮ ਦੀ ਖਾਤਰ ਸੀ। ਸੈਂਟਰ ਸਰਕਾਰ ਨੂੰ ਤੁਸੀਂ ਕਹਿ ਵੀ ਸਕਦੇ ਕਿ ਹਿੰਦੁਸਤਾਨ ਦੇ ਵਿੱਚ ਮਿਨੋਰਟੀ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਹੇ। ਤੁਸੀਂ ਉੱਥੇ ਜਾ ਕੇ ਬਹੁਤ ਕੁਝ ਗੱਲਾਂ ਕਰ ਸਕਦੇ ਸੀ, ਲੇਕਿਨ ਹੁਣ ਤੁਸੀਂ
ਗੁਨਾਹ ਨਹੀਂ ਹੈ ਕਿ ਰਾਘਵ ਚੱਡਾ ਸਾਹਿਬ ਦੀ ਮੰਗਣੀ ਤੇ ਚਲ ਗਏ ਹੈਗੇ, ਪਰ ਸਵਾਲ ਹੈ ਕਿ ਤੁਹਾਡਾ ਜਾਣਾ ਨਹੀਂ ਸੀ ਬਣਦਾ ਹੈਗਾ। ਤੁਸੀਂ ਇੱਕ ਨਵੀਂ ਵਿਵਾਦ ਛੇੜ ਦਿੱਤਾ ਹੈਗਾ, ਤਾਂ ਤੁਸੀਂ ਉਸ ਵਿਵਾਦ ਤੋਂ ਬਚ ਸਕਦੇ ਸੀ। ਲੋਕ ਕਹਿਣਗੇ ਕਿ ਉਹ ਵੱਡੇ ਪ੍ਰੋਗਰਾਮ ਤੁਸੀਂ ਮਿਸ ਕਰਤੇ, ਰਾਘਵ ਚੱਡਾ ਸਾਹਿਬ ਦੀ ਤੁਸੀਂ ਮੰਗਣੀ ਤੇ ਹਾਜ਼ਰੀ ਭਰੀ ਆ, ਇਹਦੇ ਮਾਇਨੇ ਕੀ ਆ? ਖੁਦਾ ਨਾ ਖਾਸਤਾ ਕੱਲ੍ਹ ਨੂੰ ਅਜਿਹੀਆਂ ਫੋਟੋਆਂ ਵਾਇਰਲ ਹੋ ਗਈਆਂ ਉਸ ਮੰਗਣੀ ਦੀਆਂ, ਤੇ ਤੁਸੀਂ ਫਿਰ ਤੁਹਾਡੇ ਵਾਸਤੇ ਜਵਾਬ ਦੇਣਾ ਔਖਾ ਹੋ ਜਾਏਗਾ। ਜੀ ਬਹੁਤ ਸ਼ੁਕਰੀਆ। ਤੁਹਾਨੂੰ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਇਸ ਮਸਲੇ ਤੇ ਅਸੀਂ ਚਰਚਾ ਕੀਤੀ ਹੈ। ਤੁਸੀਂ ਕੀ ਸਮਝਦੇ ਸੋਚਦੇ ਹੋ? ਆਪਣੀ ਰਾਏ ਕਮੈਂਟ ਬਾਕਸ ਵਿੱਚ ਸਾਂਝੀ ਕਰ ਸਕਦੇ ਹੋ। ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।